ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰੂ ਮਹਾਰਾਜ ਦੇ ਇਤਿਹਾਸ ਨਾਲ ਵਿਚਾਰ ਕਰ ਰਹੇ ਹਾਂ। ਕਈ ਹਫ਼ਤਿਆਂ ਤੋਂ ਉਹ ਲੜੀਵਾਰ ਵਿਚਾਰ ਚੱਲ ਰਹੀ ਹੈ। ਸੋ ਉਸ ਲੜੀਵਾਰ ਵਿਚਾਰ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਬਾਬਾ ਬਕਾਲੇ ਤੱਕ ਪਹੁੰਚੇ ਸੀ। ਬਾਬਾ ਬਕਾਲੇ ਤੋਂ ਅੱਗੇ ਦਾ ਇਤਿਹਾਸ ਜਿਹੜਾ ਹੈ ਉਹ ਅਸੀਂ ਬਾਅਦ ਵਿੱਚ ਵਾਚਾਂਗੇ। ਲੇਕਿਨ ਉਸ ਤੋਂ ਪਹਿਲੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਗੁਰਬਾਣੀ, ਉਹਨਾਂ ਦੀ ਬਾਣੀ ਦੇ ਵਿੱਚੋਂ ਕੋਈ ਨਾ ਕੋਈ ਸ਼ਬਦ ਜ਼ਰੂਰ ਪੜ੍ਹਿਆ ਜਾਏ ਅਤੇ ਵਿਚਾਰਿਆ ਜਾਏ। ਸੋ ਅੱਜ ਜੋ ਸ਼ਬਦ ਅਸੀਂ ਪੜ੍ਹਨਾ ਹੈ ਉਹ ਹੈ ਰਾਗ ਜੈਜਾਵੰਤੀ ਮਹੱਲਾ 9ਵਾਂ। ਭੈਣਾਂ ਦੀ ਗਿਆਤ ਵਾਸਤੇ ਮੈਂ ਦੱਸ ਦਿਆਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਰਾਗ ਜੈਜਾਵੰਤੀ ਐਸਾ ਰਾਗ ਹੈ ਜਿਸ ਦੇ ਵਿੱਚ ਕਿ ਸਿਵਾਏ ਗੁਰੂ ਤੇਗ ਬਹਾਦਰ ਜੀ ਦੇ ਕਿਸੇ ਹੋਰ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ। ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਔਰ ਸਿਰਫ 4 ਸ਼ਬਦ ਹਨ। 4 ਸ਼ਬਦ ਹਨ, ਬਹੁਤ ਛੋਟੇ ਪਰ ਬਹੁਤ ਸਿੱਖਿਆਦਾਇਕ ਉਹ ਸ਼ਬਦ ਹਨ। ਸੋ ਅੱਜ ਆਪਾਂ ਰਲ ਕੇ ਪਹਿਲੇ ਇੱਕ ਸ਼ਬਦ ਪੜ੍ਹਾਂਗੇ, ਉਸ ਤੋਂ ਬਾਅਦ ਫਿਰ ਇਤਿਹਾਸਿਕ ਵਿਚਾਰ ਜਿਹੜੀ ਹੈ ਉਹ ਆਪ ਜੀ ਨਾਲ ਮੈਂ ਸਾਂਝੀ ਜ਼ਰੂਰ ਕਰਾਂਗੀ। ਪਹਿਲੇ ਸਾਰੇ ਰਲ ਕੇ ਇੱਕ ਸ਼ਬਦ ਪੜ੍ਹਾਂਗੇ ਜੀ। ਰਾਮ ਸਿਮਰ ਇਹ ਹੈ ਤੇਰੇ ਕਾਜ ਹੈ। राम सिमर ये है तेरे काज है। माया को संग त्याग प्रभु जू की शरण लाग। माया को संग त्याग प्रभु जू की शरण लाग। जगत सुख मान मिथ्या झूठो सब काज है। जगत झूठ मान मिथ्या झूठो सब साज है। राम सिमर ये है तेरे काज है। राम सिमर ये है तेरे काज है। सुपने जो तन पछान काहे पर करन मान। सुपने जो तन पछान काहे पर करत मान। बारू की पीत जैसे वसुधा को राज है। बारू की पीत जैसे वसुधा को राज है। राम सिमर ये है तेरे काज है। नानक जन कहत बात बिनस जाए रोगात। नानक संग कहत बात बिनस जय तेरो गात। छिन छिन कर गयो काल तैसे आत जात है। छिन छिन कर गयो काल कैसे आत जात है। राम सिमर ये हो तेरे काज है। राम सिमर ये है तेरे काज है। ਗੁਰੂ ਰੂਪ ਸਾਧ ਸੰਗਤ ਜੀਓ, ਇਹ ਸ਼ਬਦ ਦੀ ਥੋੜ੍ਹੀ ਜਿਹੀ ਅੱਖਰੀ ਵਿਚਾਰ ਕਰਕੇ ਫਿਰ ਅਸੀਂ ਅੱਗੇ ਇਤਿਹਾਸ ਵਾਲੇ ਪਾਸੇ ਜਿਹੜਾ ਉਹ ਚੱਲਾਂਗੇ। ਸੋ ਇਹ ਸ਼ਬਦ ਰਾਗ ਜੈਜਾਵੰਤੀ ਵਾਲਾ ਧੰਨ ਗੁਰੂ ਤੇਗ ਬਹਾਦਰ ਰਾਗ ਜੈਜਾਵੰਤੀ ਮਹੱਲਾ 9ਵਾਂ। ਸੋ ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਕੀ ਕਹਿ ਰਹੇ ਹਨ? ਰਾਮ ਸਿਮਰ ਇਹ ਤੇਰੇ ਕਾਜ ਹੈ। ਇਹ ਇਨਸਾਨ ਇਸ ਜਨਮ ਵਿੱਚ ਤੇਰਾ ਇਹ ਤੇਰੇ ਕਾਜ, ਇੱਕੋ ਹੀ ਕੰਮ। ਕਿਹੜਾ ਕੰਮ ਹੈ? ਰਾਮ ਸਿਮਰ ਉਸ ਰਾਮ ਦਾ, ਉਸ ਪਰਮਾਤਮਾ ਦਾ ਸਿਮਰਨ ਕਰ। ਮੈਂ ਥੋੜ੍ਹਾ ਅੱਖਰੀ ਅਰਥ ਕਰਕੇ ਅਤੇ ਫਿਰ ਅੱਗੇ ਚੱਲਾਂਗੀ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ। ਕਿ ਸੰਸਾਰਕ ਮਾਇਆ ਨੂੰ ਤਿਆਗ ਅਤੇ ਕੀ ਕਰਨਾ ਹੈ? ਪ੍ਰਭ ਜੂ ਕੀ ਸ਼ਰਨ ਲਾਗ, ਉਸ ਪ੍ਰਭੂ ਦੇ ਚਰਨਾਂ ਵਿੱਚ ਟਹਿ ਪੈ। ਇਹ ਇਨਸਾਨ ਉਸ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਪਾ ਲੈ। ਦੁਨੀਆ ਦੀ ਮਾਇਆ ਦੇ ਨਾਲ ਆਪਣਾ ਸੰਗ ਜਿਹੜਾ ਉਸ ਨੂੰ ਤਿਆਗ ਦੇ। ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਕਿਉਂਕਿ ਜਗਤ ਦੇ ਸਾਰੇ ਸੁੱਖ ਝੂਠੇ ਹਨ, ਬਿਨਸਣ ਵਾਲੇ ਹਨ। ਝੂਠੋ ਸਭ ਸਾਜ ਹੈ, ਇਹ ਸਾਰੇ ਝੂਠ ਹਨ ਔਰ ਇਹ ਜਲਦੀ ਹੀ ਬਿਨਸ ਜਾਣਗੇ। ਉਸ ਤੋਂ ਬਾਅਦ ਰਹਾਉ ਦੇ ਕੇ ਅਤੇ ਮਹਾਰਾਜ ਅੱਗੇ ਲਿਖਦੇ ਨੇ, ਸੁਪਨੇ ਜੋ ਤਨ ਪਛਾਨ ਕਾਹੇ ਪਰ ਕਰਤ ਮਾਨ। ਜਿਹੜਾ ਤਨ ਜਿਸ ਨੂੰ ਅਸੀਂ ਸਮਝਦੇ ਹਾਂ ਕਿ ਉਹ ਸੱਚਾ ਹੈ, ਉਹ ਸਾਡਾ ਸਾਥੀ ਹੈ, ਲੇਕਿਨ ਇੱਥੇ ਮਹਾਰਾਜ ਕੀ ਕਹਿ ਰਹੇ ਨੇ ਕਿ ਉਸ ਨੂੰ ਸੁਪਨੇ ਦੀ ਤਰ੍ਹਾਂ ਪਛਾਣ। ਇਹ ਸਮਝ ਕਿ ਜਿਸ ਤਰ੍ਹਾਂ ਸੁਪਨਾ ਬਿਨਸ ਜਾਂਦਾ ਹੈ, ਇਸ ਤਰ੍ਹਾਂ ਇਹ ਤਨ, ਇਹ ਮਾਇਆ ਕਿਸੇ ਦਿਨ ਖਤਮ ਹੋ ਜਾਏਗੀ। ਕਾਹੇ ਪਰ ਕਰਤਮਾਨ,
फिर मान किस गल दा, बारू की पीत जैसे बसुधा को राज है। बारू दा मतलब रेत, रेत की भीत, भीत दा मतलब दीवार। सो रेत दी दीवार जैसी की है बसुधा को राज है, सारी धरती दा राज भी होए लेकिन वो रेत दी दीवार की तरह है, वो बड़ी जल्दी एक झटके नाल, एक हवा, एक हनेरी के आण नाल वो रेत की दीवार जिहड़ी है वो गिर जाएगी। उस दे उत्ते किस गल दा मान करना। फिर महाराज अंत च कहते ने, नानक जन कहत बात, सुनो ध्यान नाल, जन सारे लोग ध्यान नाल सुनो की गल कह रहे ने। बिनस जय है तेरो गात, गात का इत्थे मतलब है देही, कि तेरी देही एक दिन बिनस जाएगी। छिन छिन कर गयो काल, तैसे जात आज है, कि तेरी देही जिहड़ी है वो बिनस जाएगी, खत्म हो जाएगी। छिन छिन करके, पलक पलक, एक एक दिन, एक एक श्वास श्वास करके साड़ी देही का समा जिहड़ा वो खत्म होई जा रहा है। और एक दिन की होएगा कि साडा समा खत्म हो जाएगा तो ये साड़ी देही जिहड़ी है ये बिल्कुल बिनस जाएगी, इसकी कोई वैल्यू नहीं रहेगी, मिट्टी हो जाएगी। सो गुरु महाराज की धन गुरु तेग बहादुर जी की बाणी दे विच अक्सर अगे भी मैं कई बार बेनती करती हाँ कि हर शब्द दे विच सानू महाराज जिहड़ा है वो काल जरूर याद कराते हैं कि आखिर इंसान तू किस गल का मान करना है। आखिर इस काल ने तैनू भी खा जाना और इस काल के नाल सारिया चीज़ां जिहड़ियां ने हौली हौली बिनस जाणगियां, उस दे उत्ते मान करन दी लोड़ नहीं है। सो मैं अखरी अर्थ करके ते अगों फिर अगों असीं चलीए जिथे इतिहास छड्डिया सी उसनूं अगे वाचीए। सो असीं गल कर रहे सी कि गुरु तेग बहादुर जी महाराज बिरकत हो गए, बिरकत हो गए तो अज जाके पोरे विच बैठ गए, बाबा बकाले विच पोरे विच बैठ गए तो वो अपनी भगती करन लग पे। क्योंकि यह शब्द भी जिहड़ा असीं पढ़ रहे सी, इस शब्द विच भी यही लिखिया कि इंसान तू की करना, इहो तेरे काज है, तेरा काम की है इस दुनिया ते आके, तेरा की काम है, राम सिमर राम सिमर, राम सिमर राम सिमर, उस परमात्मा का सिमरन कर। सो सिर्फ किया ही नहीं, उन्होंने इस सिमरन वास्ते की करके दिखाया कि पोरे दे विच उन्होंने बैठ के ते सिमरन करना शुरू कर दिता। दुनिया तो विरकत हो गए, दुनिया की माया नूं त्याग दिता। सो उत्थे बैठ के, जिस तरह पिछली बारी मैं बेनती की सी कि 2 4 6 8 10 दिन नहीं, 2 4 8 10 साल भी नहीं, उन्होंने 26 साल तक उत्थे बैठ के ते उत्थे तपस्या की है। धन गुरु तेग बहादुर जी ने उत्थे तपस्या की है और माता गुजरी जी ने नाल तपस्या की है पौधे के बाहर। महाराज ने, गुरु तेग बहादुर जी ने पौधे के अंदर तो माता गुजरी ने पौधे के बाहर बैठ के नाम जपया। सो वो दोनों जी इतने नाम जपण वाले सन कि उन्होंने अपनी जिंदगी जिहड़ी है इस काम के उत्ते ही लगा देती। हुण असीं इतिहास विच अगे चलीए कि धन गुरु हरकृष्ण साहब महाराज दे ज्योति जोत समान तो बाद ये सब नूं पता है कि ज्योति जोत कित्थे समाए सन। धन गुरु हरकृष्ण साहब कित्थे ज्योति जोत समाए सन? दिल्ली विच बाला साहब के स्थान ते जान लग्या संगत जदों माता जी ने या संगत के जो सिंह नाल सन उन्होंने पूछा कि सानू किसे लड़ ला के चले हो, तो महाराज ने सिर्फ दो ही लफ्ज़ बोले सन, बाबा बकाले। उसका की मतलब सी कि बाबा दा मतलब गुरु, अगला गुरु कित्थे है? वो बकाले विच है। और दूसरा बाबे का मतलब की सी कि बाबा वो उन्होंने दादा जी लगते सन। सो दोनों मतलब भी अगर लै लीए तो असल गल ये निकलती है कि अगला गुरु कौन है? मेरे दादा जिहड़े कि बकाले विच रहिंदे आ। सो उस पोरे दे विच महाराज जी सन उत्थे तपस्या कर रहे सन। सो उस जगह के उत्ते की होया कि महाराज धन गुरु हरकृष्ण साहब तो बाला साहब के स्थान पर ज्योति जोत समा गए। तो एक गल जी सी संगत ही सब फैल गई कि अगला गुरु कित्थे मिलेगा? वो बकाले विच मिलेगा। सो इस चीज़ का नजायज़ फ़ायदा उठाया। नजायज़ फ़ायदा उठाया किसने? सोढ़ी खानदान के लोगों ने, कि अगला हर बंदा ये कहता सी कि मैं ही गुरु हाँ, मैं ही अगला गुरु हाँ। सो करते करते वो होया, एक बंदे ने जाके सोढ़ी खानदान विचों किसी ने जाके उत्थे बाद तखत पोश बिछा के चिट्टी चादर बिछाई बैठ गया तो लोगों को कहना शुरू करता कि मैं अगला तो नौवां गुरु तो मैं ही हाँ। 2 4 सेवक रख ले जिहड़े कि लोगों को बाहरों जिहड़े लोग आते सन दर्शन करने वास्ते उन्होंने वो पकड़ के ले आते सन, उन्होंने कोल पेटा वगैरह लै लेंदे सन। एक नूं देखा फिर दूसरे तीसरा करते करते सब नूं पता है कि उत्थे 22 मंजियां लग गई और 22 गुरु बन के बैठ गए। हर बंदा क्लेम करता सी कि अगला गुरु तो मैं ही हाँ। सो वो बाबा बकाला जिहड़ा पिंड का नाम तो बकाला ही है ना, बाबा बकाले दे विच की हो गया कि उत्थे गुरु जिहड़े सी वो बैठने शुरू हो गए। और लेकिन वो सारे ही असली गुरु नहीं सन। उत्थे वो सिर्फ पेटा उगराउण वास्ते
ਤੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਉੱਥੇ ਹੋ ਕੇ ਉਹ ਬੈਠ ਗਏ ਸਨ। ਸੋ ਉਸ ਬਕਾਲੇ ਦੇ ਵਿੱਚ ਅੱਗੋਂ ਕੀ ਹੋਇਆ, ਭਾਈ ਮੱਖਣ ਸ਼ਾਹ ਲੁਬਾਣਾ ਜੋ ਕਿ ਬਹੁਤ ਹੀ ਸਿੱਦਕੀ ਸਿੱਖ ਸੀ, ਉਸ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਉਸਨੇ ਗੁਰੂ ਮਹਾਰਾਜ ਨੂੰ ਕਿਸ ਤਰ੍ਹਾਂ ਪ੍ਰਗਟ ਕੀਤਾ। ਸੋ ਭਾਈ ਮੱਖਣ ਸ਼ਾਹ ਲੁਬਾਣਾ ਕੌਣ ਸੀ? ਇੱਕ ਬਹੁਤ ਵੱਡਾ ਵਪਾਰੀ ਸੀ। ਔਰ ਇਹ ਸੋਚੋ ਕਿ ਉਸ ਜ਼ਮਾਨੇ ਵਿੱਚ ਵੀ ਉਹ ਸਮੁੰਦਰੀ ਜਹਾਜ਼, ਸ਼ਿਪ ਜਿਹਨੂੰ ਕਹਿੰਦੇ ਆ, ਉਹ ਭਰ ਕੇ ਇੰਡੀਆ ਤੋਂ ਸਮਾਨ ਜਿਹੜਾ ਸੀ ਉਹ ਲੈ ਜਾਂਦਾ ਸੀ, ਪ੍ਰਦੇਸ਼ਾਂ ਵਿੱਚ ਦੂਸਰੇ ਦੇਸ਼ਾਂ ਵਿੱਚ ਜਾ ਕੇ ਵੇਚਦਾ ਸੀ, ਉੱਥੋਂ ਸਮਾਨ ਭਰ ਕੇ ਲਿਆਉਂਦਾ ਸੀ ਤੇ ਫਿਰ ਆ ਕੇ ਇੰਡੀਆ ਵਿੱਚ ਉਹ ਵੇਚਦਾ ਸੀ। ਉਹ ਬਹੁਤ ਹੀ ਪੈਸੇ ਵਾਲਾ, ਬਹੁਤ ਰਸੂਖ ਵਾਲਾ, ਉਸਦੇ ਕੋਲ ਬਹੁਤ ਸਾਰੇ ਬੰਦੇ, ਉਸ ਕੋਲ ਬਹੁਤ ਧਨ ਦੌਲਤ ਸਭ ਕੁਛ ਸੀ। ਹੁਣ ਇੱਕ ਵਾਰੀ ਕੀ ਹੋਇਆ ਕਿ ਉਹ ਜਦੋਂ ਵਾਪਸ ਆ ਰਿਹਾ ਸੀ, ਜਹਾਜ਼ ਲੱਦਾ ਭਰਿਆ ਹੋਇਆ ਸੀ ਸਮਾਨ ਦੇ ਨਾਲ, ਅਤੇ ਸਮੁੰਦਰ ਦੀ ਤੂਫਾਨ ਆ ਗਿਆ ਅਤੇ ਜਹਾਜ਼ ਡੋਲਣ ਲੱਗ ਪਿਆ। ਜਦੋਂ ਜਹਾਜ਼ ਡੋਲਿਆ ਤੇ ਉਹ ਹੈ ਤੇ ਗੁਰੂ ਦਾ ਸਿੱਦਕੀ ਸਿੱਖ ਸੀ, ਉਸਨੇ ਅਰਦਾਸ ਕੀਤੀ, ਇਹ ਗੁਰੂ ਨਾਨਕ ਮਹਾਰਾਜ, ਤੁਹਾਡੀ ਗੱਦੀ 'ਤੇ ਜਿਹੜੇ ਵੀ ਗੁਰੂ ਸਾਹਿਬ ਬੈਠੇ ਨੇ, ਮੈਂ ਗੁਰੂ ਨਾਨਕ ਜੋਤ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਅਰਦਾਸ ਕਰ ਰਿਹਾ, ਜੇ ਮੇਰੇ ਜਹਾਜ਼ ਨੂੰ ਤੁਸੀਂ ਬਚਾ ਲਓ, ਮੇਰਾ ਜਹਾਜ਼ ਜਿਹੜਾ ਉਹ ਡੁੱਬੇ ਨਾ, ਅਤੇ ਮੈਂ 500 ਮੋਹਰਾਂ ਭੇਟਾ ਕਰਾਂਗਾ। ਸੋ ਉਸਨੇ ਆਪਣੇ ਮਨ ਦੇ ਵਿੱਚ ਅਰਦਾਸ ਕੀਤੀ ਅਤੇ ਇਹ ਸੋਚਿਆ ਕਿ ਮੈਂ ਜਦੋਂ ਪਹੁੰਚਾਂਗਾ ਅਤੇ ਮੈਂ ਦਰਸ਼ਨ ਵੀ ਕਰਾਂਗਾ ਅਤੇ ਮੈਂ ਜਾ ਕੇ ਆਪਣੀ ਭੇਟਾ ਵੀ ਦਿਆਂਗਾ। ਦੇਖੋ ਕੁਦਰਤ ਆਪਦੀ, ਉਸਦੀ ਭਾਵਨਾ ਨੂੰ ਫਲ ਲੱਗਿਆ, ਉਸਦਾ ਜਹਾਜ਼ ਜਿਹੜਾ ਸੀ ਉਹ ਡੁੱਬਣ ਤੋਂ ਬਚ ਗਿਆ। ਬਚ ਕੇ ਜਦੋਂ ਆ ਗਿਆ ਤਾਂ ਵਾਕਈ ਉਸਦਾ ਸਮਾਨ ਜਿਹੜਾ ਸੀ ਉਹ ਬੜਾ ਮਹਿੰਗਾ ਵਿਕਿਆ, ਉਸਨੂੰ ਬਹੁਤ ਸਾਰਾ ਲਾਭ ਹੋਇਆ। ਹੁਣ ਉਸਨੂੰ ਗੱਲ ਯਾਦ ਆਈ ਕਿ ਮੈਂ ਤਾਂ ਧੰਨ ਗੁਰੂ ਨਾਨਕ ਦੇ ਦਰ 'ਤੇ ਮੈਂ ਤਾਂ ਕਿਹਾ ਸੀ ਕਿ ਮੈਂ ਭੇਟਾ ਦਿਆਂਗਾ, ਅਤੇ ਹੁਣ ਮੈਨੂੰ ਭੇਟਾ ਦੇਣ ਜਿਹੜਾ ਉਹ ਜਾਣਾ ਜ਼ਰੂਰ ਚਾਹੀਦਾ। ਆ ਕੇ ਅਤੇ ਉਹਨੂੰ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਹੁਣ ਗੁਰੂ ਸਾਹਿਬ ਕਿੱਥੇ ਨੇ? ਗੁਰੂ ਸਾਹਿਬ ਬਕਾਲੇ ਵਿੱਚ ਨੇ। ਸੋ ਉਹ ਬੜੇ ਸ਼ਰਧਾ ਪਿਆਰ ਨਾਲ, ਭਾਵਨਾ ਨਾਲ ਉੱਥੇ ਚਲਾ ਗਿਆ, ਬਕਾਲੇ ਚਲਾ ਗਿਆ। ਪਰ ਜਾ ਕੇ ਜੋ ਨਜ਼ਾਰਾ ਉਹਨੇ ਦੇਖਿਆ ਉਸਦੇ ਨਾਲ ਬੜਾ ਹੀ ਨਿਰਾਸ਼ ਹੋਇਆ ਕਿ ਉਸਨੇ ਜਦੋਂ ਦੇਖਿਆ ਕਿ ਪਿੰਡ ਤੋਂ ਬਾਹਰ ਹੀ ਮੰਜੀਆਂ ਜਿਹੜੀਆਂ ਸੀ ਉਹ ਸ਼ੁਰੂ ਹੋ ਜਾਂਦੀਆਂ ਸੀ। ਪਿੰਡ ਤੋਂ ਬਾਹਰ ਸੰਗਤ ਜਿਹੜੀ ਆਉਂਦੀ ਸੀ, ਸੰਗਤ ਤੇ ਬਾਬਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਚਨ ਦੇ ਉੱਤੇ ਫੁੱਲ ਚੜ੍ਹਾਉਣ ਵਾਸਤੇ ਇਹ ਸੋਚਦੇ ਸੀ ਕਿ ਸਾਡਾ ਅਗਲਾ ਗੁਰੂ ਕਿੱਥੇ ਹੈ? ਉਹ ਬਕਾਲੇ ਹੈ। ਸੋ ਬਕਾਲੇ ਦਰਸ਼ਨ ਕਰਨ ਵਾਸਤੇ ਸੰਗਤ ਜਾਂਦੀ ਸੀ। ਸੰਗਤ ਜਿਹੜੀ ਵੀ ਦਰਸ਼ਨ ਜਾਂਦੀ ਸੀ ਬੜੀ ਭੇਟਾ ਲੈ ਕੇ ਜਾਂਦੀ ਸੀ। ਲੇਕਿਨ ਉੱਥੇ ਕੀ ਹੁੰਦਾ ਸੀ ਕਿ ਉੱਥੇ ਜਿਹੜੇ ਵੀ ਗੁਰੂ, ਜਿਹੜੇ ਬੜੇ 22 ਗੁਰੂ ਬਣੇ ਬੈਠੇ ਸਨ, ਉਹਨਾਂ ਦੇ ਏਜੰਟ ਜਿਹੜੇ ਬਣੇ ਹੁੰਦੇ ਸਨ, ਜਿਸ ਨੂੰ ਪਹਿਲੇ ਸੰਗਤ ਕੋਈ ਮਿਲ ਗਈ ਉਹ ਉਸ ਨੂੰ ਅਟੇਲ ਕੇ ਦੇ ਨਾਲ ਲੈ ਜਾਂਦਾ ਸੀ, ਚਲੋ ਮੈਂ ਤੁਹਾਨੂੰ ਉਸ ਗੁਰੂ ਕੋਲ ਲੈ ਜਾਵਾਂ, ਚਲੋ ਮੈਂ ਤੁਹਾਨੂੰ ਗੁਰੂ ਕੋਲ ਲੈ ਜਾਵਾਂ। ਇਸ ਤਰੀਕੇ ਦੇ ਨਾਲ ਉੱਥੇ ਲੁੱਟ ਖਸੁੱਟ ਜਿਹੜੀ ਹੈ ਉਹ ਚੱਲ ਰਹੀ ਸੀ। ਸੋ ਜਦੋਂ ਗਿਆ, ਬੜਾ ਸਿਆਣਾ ਸੀ ਭਾਈ ਮੱਖਣ ਸ਼ਾਹ, ਜਦੋਂ ਉਹਨੇ ਜਾ ਕੇ ਨਜ਼ਾਰਾ ਦੇਖਿਆ ਅਤੇ ਉਹਨੂੰ ਲੱਗਿਆ ਇਹ ਤਾਂ ਕੁਛ ਕੰਮ ਠੀਕ ਨਹੀਂ ਲੱਗ ਰਿਹਾ ਮੈਨੂੰ, ਕਿਉਂਕਿ ਮਨ ਜਿਹੜਾ ਸੀ ਉਹ ਖੁਸ਼ ਨਹੀਂ ਹੋ ਰਿਹਾ ਸੀ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੀ ਹੋ ਰਹੇ। ਸਿਰਫ ਇਹ ਦੇਖ ਰਹੇ ਸਨ ਕਿ ਉੱਥੇ ਸਾਰੇ ਮੰਜੀਆਂ ਡਾਹ ਕੇ ਬੈਠੇ ਸਨ, ਚਿੱਟੀਆਂ ਚਾਦਰਾਂ ਵਿਛਾ ਕੇ, 2-4 ਚੇਲੇ ਨਾਲ ਲੈ ਕੇ ਗੁਰੂ ਬਣ ਕੇ ਸਾਰੇ ਬੈਠੇ ਹੋਏ ਸਨ। ਬੜਾ ਵਿਚਾਰਾ ਪਰੇਸ਼ਾਨ ਹੋਇਆ ਕਿ ਮੈਂ ਤਾਂ ਭੇਟਾ ਲੈ ਕੇ ਆਇਆ ਅਤੇ ਮੈਂ ਤਾਂ ਭੇਟਾ ਲੈ ਕੇ ਜਾਣੀ, ਦੇ ਕੇ ਜਾਣੀ ਹੈ, ਮੈਂ ਕਿਸ ਤਰ੍ਹਾਂ ਕਰਾਂ? ਸੋ ਉਸਨੇ ਮਨ ਵਿੱਚ ਸੋਚਿਆ ਕਿ ਚਲੋ ਮੈਂ ਇਸ ਤਰ੍ਹਾਂ ਕਰਦਾ ਕਿ ਜਿੰਨੇ ਬੈਠੇ ਨੇ ਨਾ, ਮੈਂ 2-2 ਮੋਹਰਾਂ ਸਭ ਨੂੰ ਦੇ ਦੇਣਾ, ਕਿਉਂਕਿ ਮੈਂ ਜਿਹੜੀ ਭੇਟਾ ਲੈ ਕੇ ਆਇਆ ਵਾਪਸ ਮੈਂ ਲੈ ਕੇ ਨਹੀਂ ਜਾਣੀ, ਉਹ ਮੈਂ ਭੇਟਾ 'ਤੇ ਚੜ੍ਹਾ ਕੇ ਹੀ ਜਾਣੀ ਹੈ। ਸੋ ਉਹ 2-2 ਮੋਹਰਾਂ ਦੇ ਕੇ ਅਤੇ ਉਹ ਹਰ ਮੰਜੀ ਦੇ ਉੱਤੇ, ਜਿੰਨੀਆਂ ਮੰਜੀਆਂ ਵਿਛੀਆਂ ਸਨ, ਟੋਟਲ ਸਨ 22 ਮੰਜੀਆਂ, ਉਹ 22 ਮੰਜੀਆਂ ਦੇ ਕੋਲ ਗਿਆ ਅਤੇ ਹਰ ਇੱਕ ਨੂੰ ਉਸਨੇ 2-2 ਮੋਹਰਾਂ ਦਿੱਤੀਆਂ। ਉਹ ਤਾਂ ਨਕਲੀ ਬੈਠੇ ਸਨ ਗੁਰੂ, ਉਹਨਾਂ ਨੂੰ ਪੈਸੇ ਦਾ, ਮੋਹਰਾਂ ਦਾ ਲਾਲਚ ਸੀ। ਬੜੀਆਂ ਲੰਬੀਆਂ ਅਸੀਸਾਂ ਦੇਣੀਆਂ, 2 ਸੋਨੇ ਦੀਆਂ ਮੋਹਰਾਂ ਮਿਲ ਗਈਆਂ। ਉਹ ਸਿੱਖ ਨੂੰ ਕਿਹਾ, ਤੂੰ ਬੜਾ ਸਿੱਧਕੀ ਸਿੱਖ ਹੈ, ਤੂੰ ਬੜੀ ਭਾਵਨਾ ਵਾਲਾ ਸਿੱਖ ਹੈ, ਤੈਨੂੰ ਇਹ ਫਲ ਲੱਗੇਗਾ, ਤੈਨੂੰ ਇਹ ਫਲ ਲੱਗੇਗਾ। ਹਰ ਮੰਜੀ ਦੇ ਕੋਲ ਜਿੱਥੇ ਵੀ ਗਿਆ ਬੜੀਆਂ ਲੰਬੀਆਂ ਉਹਨਾਂ ਨੇ ਆਸ਼ੀਰਵਾਦਾਂ ਦਿੱਤੀਆਂ, ਪ੍ਰਸ਼ਾਦ ਦਿੱਤੇ, ਸਿਰ ਪਾ ਦਿੱਤੇ ਅਤੇ ਆਪਣਾ ਕੰਮ ਖਤਮ ਕਰ ਲਿਆ। ਆਪਣੀਆਂ 2-2 ਮੋਹਰਾਂ ਜਿਹੜੀਆਂ ਸੀ ਸਭ ਨੇ ਲੈ ਲਈਆਂ। ਲੇਕਿਨ ਹੁਣ 22 ਦੀਆਂ 22 ਮੰਜੀਆਂ ਤੱਕ ਜਦੋਂ ਪਹੁੰਚ ਚੁੱਕਾ ਅਤੇ ਉਹ ਉਸਦਾ ਮਨ ਜਿਹੜਾ ਸੀ ਉਹ ਖੁਸ਼ ਨਹੀਂ ਹੋਇਆ। ਇੰਨੀਆਂ ਮੋਹਰਾਂ ਦੇਣ ਦੇ ਬਾਵਜੂਦ ਵੀ ਮਨ ਉਸਦਾ ਪ੍ਰਸੰਨ ਨਹੀਂ ਹੋਇਆ, ਅੰਦਰੋਂ ਸ਼ਾਂਤੀ ਨਹੀਂ ਹੋਈ, ਅੰਦਰ ਠੰਡ ਨਹੀਂ ਪਈ। ਨਿਰਾਸ਼ ਹੋ ਕੇ ਵਾਪਸ ਆਉਣ ਲੱਗਾ ਸੀ ਅਤੇ ਬਕਾਲੇ ਦੇ ਪਿੰਡ ਵਾਲਿਆਂ ਨੇ ਪੁੱਛਿਆ ਕਿ ਕੋਈ ਹੋਰ ਸਾਧੂ ਸੰਤ ਮਹਾਤਮਾ, ਕੋਈ ਨਾਮ ਜਪਣ ਵਾਲਾ ਕੋਈ ਇੱਥੇ ਹੈ? ਅਤੇ ਉਹਨਾਂ ਨੇ ਕਿਹਾ ਕਿ ਹੋਰ ਤਾਂ ਇੱਥੇ ਕੋਈ ਨਹੀਂ, ਇਹ ਮੰਜੀਆਂ ਡਾਹ ਕੇ ਬੈਠੇ ਨੇ, ਗੁਰੂ ਬਣ ਕੇ ਬੈਠੇ ਨੇ। ਲੇਕਿਨ ਇੱਥੇ ਨਾ ਇੱਕ ਪੌਦੇ ਦੇ ਵਿੱਚ ਇੱਕ ਉਸ ਵਕਤ, ਉਸੋਂ ਦੀ ਭਾਸ਼ਾ ਮੈਂ ਬੋਲ ਰਹੀ ਹਾਂ, ਮੇਰਾ ਮੂੰਹ ਸੜੇ, ਮੈਨੂੰ ਇਹ ਲਫ਼ਜ਼ ਨਹੀਂ ਬੋਲਣਾ ਚਾਹੀਦਾ, ਲੇਕਿਨ ਉਹਨਾਂ ਨੇ ਕਿਹਾ ਸੀ ਇੱਕ ਤੇਗਾ ਕਮਲਾ ਹੈ ਜੋ ਬੜੇ ਸਾਲਾਂ ਤੋਂ ਉੱਥੇ ਬੈਠਾ ਹੈ, ਪੌਦੇ ਦੇ ਵਿੱਚ ਬੈਠਾ ਹੋਇਆ, ਔਰ ਉਹ ਕੋਈ ਕਿਸੇ ਦੇ ਨਾਲ ਉਹਦਾ ਵਾਸਤਾ ਨਹੀਂ, ਬਾਹਰ ਨਿਕਲਦਾ ਨਹੀਂ, ਆਉਂਦਾ ਨਹੀਂ, ਜਾਂਦਾ ਨਹੀਂ, ਲੇਕਿਨ ਨਾਮ ਜਪ ਰਿਹਾ ਔਰ ਅੰਦਰ ਪੌਦੇ ਦੇ ਵਿੱਚ ਬੈਠਾ ਹੋਇਆ। ਉਹ ਭਗਤੀ ਬਹੁਤ ਕਰਦਾ ਹੈ। ਬਾਕੀ ਉਹ ਅੱਗੇ ਤੁਸੀਂ ਅਗਰ ਜਾਣਾ ਚਾਹੁੰਦੇ ਤਾਂ ਚਲੇ ਜਾਓ। ਹੁਣ ਬਾਬਾ ਮੱਖਣ ਸ਼ਾਹ ਜੀ ਚਲੇ ਗਏ। ਬੜੀ ਮੁਸ਼ਕਿਲ ਨਾਲ ਮਾਤਾ ਜੀ ਦੇ ਅੱਗੇ ਬੇਨਤੀ ਕੀਤੀ,
बड़ी मुश्किल नाल वो बोले के अंदर अंदर वड़ने कामयाब हो गए। जदों अंदर वड़ गए तो फटाफट जाके उन्होंने 2 मोहरां पेटा कीतियां, मत्था टेकिया तो अगों धन गुरु तेग बहादुर जी ने एको ही बचन जिहड़ा वो कीता। वो कह लगे, वाह भाई मक्खन शाह, वाह भाई सिखा, कहना 500 मोहरां तो देना 2 मोहरां, ये कित्थों दा तरीका है। यह गल सुन के उसनूं अंदर ठंड पै गई कि ये सच्चे गुरु ने और इन्होंने ही मेरा बेड़ा जो है वो पार लगाया। उन्होंने मोढे के उत्तों अपनी कमीज़ नूं हटा के ते मक्खन शाह नूं दिखाया कि यह देख लै, तेरा जहाज़ बनने किस तरह लगाया, किलां दे निशान सन, मोढे के उत्ते किल दे निशान सन कि जहाज़ नूं पार करने वास्ते देख मैं मोढा अगे दिता सी। ते नाले तू क्या ते 500 मोहरां, वाह भाई सिखा, तो देना 2 मोहरां। सो इस सच्चाई नूं जान के मक्खन शाह गद हो गया और बाहर निकलिया। एकदम सारे पिंड में शोर मचा दिता कि गुरु ला दो रे, गुरु ला दो रे, गुरु ला दो रे, गुरु ला दो रे। मतलब कि मैनू असली गुरु लभ पिया, मैनू असली गुरु लभ गया। बड़ा ही खुश, बहुत ही खुश होया कि मैनू असली गुरु। हुण उस तो बाद जाके उसने आप जाके और कुछ सिखां नूं नाल ले जाके पोरे विच महाराज ते गुरु तेग बहादुर जी दे अगे हथ जोड़ के पल्ला पा के बेनती की कि गुरु महाराज हुण तुसीं पोरे नूं छड्डो ते तुसीं हुण अपनी संगत दे विच प्रगट होवो ते अपनी जिम्मेवारियां जिहड़ियां ओह तुसीं संभालो। खैर जो हुक्म महाराज दा होना सी उस हिसाब नाल गुरु तेग बहादुर जी मन गए पोरे चों बाहर निकल आए। जदों बाहर निकल आए तो सारे पासे खुशियां हो गईयां कि असली गुरु लभ गया, गुरु ला दो रे, गुरु ला दो रे, सच्चा गुरु लभ गया, सच्चा गुरु लभ गया। बहुत खुशियां सारी संगत च हो गई, दूर दूर तक खबरां पहुँच गई, संगत आनी शुरू हो गई। तो उस बकाले नाम के शहर में जिहड़ा पिंड सी उसनूं ते पाग लग गए। उत्थे इन्नियां संगतां आनियां शुरू हो गई और उत्थे सत्संग होण लग पे। उत्थे गुरु महाराज नूं 9वीं पातशाही थाप दिता गया। 9वीं पातशाही धन गुरु तेग बहादुर जी नूं थाप दिता गया। तो उन्होंने भी इस चीज़ को अगर प्रवान कर लिया तो अगों वास्ते संगत नूं निहाल करने वास्ते फिर अगे चल पे। हुण उत्थे की होया सी कि वो जिहड़े नकली बैठे सन साधु बने हुए, वो तो सारे तितर बितर हो गए, वो तो भज गए। उन्होंने तो संगत ने किसी ने पूछा ही नहीं, वो चले गए। तो उत्थे फिर एक बारी फिर तो गुरु नानक की गद्दी का वारस गुरु तेग बहादुर जी थापे गए और उत्थे संगतां दे विच रौनकां हो गई, संगतां दे विच सारी संगत दी बहुत बहुत खुशियां हो गई। लेकिन हमेशा की तरह ईरखा तो नाल नाल चल ही रही सी। गुरु घर दे विच पहले पातशाही तो लैके किते भी जिहड़ा इतिहास पढ़ लईए उत्थे नाल नाल ईरखा जिहड़ी है वो चली जा रही है। ईरखा ने कभी खैड़ा नहीं छड्डिया। जे भाई लैणा जी नूं गुरगद्दी मिली दूजी पातशाही तो तां भी की सी कि गुरपुत्रां दी ईरखा सी। दूजी पातशाही, तीजी पातशाही, चौथी पातशाही जदों गुरगद्दी मिली, जदों भी कोई होर काम होया नाल नाल ईरखा जिहड़ी सी वो चलदी ही रही। ईरखा ने कभी साथ छोड़िया नहीं, ईरखा ने साथ नहीं छोड़िया। हुण इत्थे की सी कि वो पेटावां संगत क्योंकि बड़ी हुम हुआ के आ रही सी, बड़ियां पेटावां, बड़े सोने चांदे, बड़े रेशमी कपड़े, बड़ा कुछ समान आ रहा सी। वो वेख के तो सोढी खानदान के कुछ लोग सन जिन्होंने कि बिल्कुल बर्दाश्त ये चीज़ नहीं हो रहा सी क्योंकि उन्होंने रोजी रोटी तो खत्म हो गई। हुण तो ये सी कि सच्चा गुरु लभ गया तो सारी संगत जिहड़ी है वो सच्चे गुरु दे शरणी पेगी और सारी पेटा जिहड़ी उस गुरु तेग बहादुर जी नूं मिलेगी। सो अपने ही घर दे अपने ही खानदान के लोगों ने उन्होंने नाल ईर्खा करनी शुरू कर दी। इत्थों तक कि अपने ही खानदान के एक बंदे ने धन गुरु तेग बहादुर जी महाराज के उत्ते गोली चलाई कि इन्हों खत्म कर दिता जाए तो जो समान जो पेटा जो पैसा पिया वो मैं लुट के लै जावांगा। उसने गोली चलाई, वो गल वखरी है कि वो कोलों लंघ गई, लगी नहीं, लेकिन उसने फटाफट की किया सारी पेटा सारा समान जिहड़ा सी वो बन्निया, पोटली बन्नी तो अपना आप चलना लग पिया। हुण इत्थे मैं एक मिनट वास्ते रुक रही हाँ क्योंकि इत्थे मैं एक सवाल पूछांगी कि इस जो मैं हुणे गल कीती है इस दे विच धन गुरु तेग बहादुर जी दी सुख संपदा नूं देख के, उन्हां दा पैसा देख के, उन्हां दी पेटा वगैरह देख के ते गोली चलाई सी और गोली चलाने वाला करदा ही बंदा सी। वो मैनूं दसो कि वो बंदा कौन सी जिस बंदे ने गुरु तेग बहादुर महाराज के उपर गोली चलाई सी सिर्फ इस वास्ते कि मेरा सारा समान लुट के मैं लै जावांगा। हुण मैं सवाल नूं फिर रिपीट करन लगी हाँ कि गुरु तेग बहादुर जी दा साजो समान लुटण वास्ते अपने घर दे बंदे, अपने ही घर दे बंदे ने गोली चलाई सी। वो बंदा कौन सी, उसका नाम दसो। तो उत्थे हुण गुरु तेग बहादुर जी उस तो बाद बकाले तो फिर चल पे तो चलन तो बाद फिर वो कित्थे गए तो
ਕਿਹੜੇ ਕਿਹੜੇ ਕੰਮ ਕੀਤੇ, ਕਿੱਥੇ ਕਿੱਥੇ ਯਾਤਰਾਵਾਂ ਕੀਤੀਆਂ, ਨਾਲ ਕੌਣ ਕੌਣ ਸੀ। ਸੋ ਇਹ ਸਾਰਾ ਇਤਿਹਾਸ ਜਿਹੜਾ ਹੈ ਇਹ ਗੁਰੂ ਮਹਾਰਾਜ ਕਿਰਪਾ ਕਰਨਗੇ ਅਤੇ ਅਗਲੀ ਵਾਰੀ ਆਪ ਜੀ ਨਾਲ ਸਾਂਝਾ ਕੀਤਾ ਜਾਏਗਾ। ਸੋ ਅੱਜ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।